ਸਲਾਮ ਅਲੈਕੁਮ ਯਾ ਸਾਹਿਬੁਲ ਅਸਰ ਵ ਜ਼ਮਾਨ ਪਾਕਿਸਤਾਨ ਮੁਰਸ਼ਦ ਅਬਦ ਹੈਦਰ। ਮੋਮਨ ਆਪਸ ਦੇ ਵਿੱਚ ਨਰਮ ਦਿਲ ਹੁੰਦੇ ਨੇ ਤੇ ਕਫਾਰ ਦੇ ਉੱਤੇ ਸਖਤ ਦਿਲ ਹੁੰਦੇ ਨੇ। ਲੋਕ ਨਾ ਵੈਸੇ ਇਨਸਾਨੀਅਤ ਬੜੀ ਕਰਦੇ ਨੇ ਕਿ ਇਨਸਾਨੀਅਤ ਇਨਸਾਨੀਅਤ ਇਨਸਾਨੀਅਤ। ਮੈਂ ਦੱਸਣਾ ਚਾਹ ਰਿਹਾ ਕਿ ਇਨਸਾਨੀਅਤ ਹੁੰਦੀ ਕੀ ਜੀ, ਤੇ ਇਨਸਾਨੀਅਤ ਹੁੰਦੀ ਕੀ ਹੈ ਜ਼ਰਾ ਕੁਰਾਨ ਪਾਕ ਤੋਂ ਤੇ ਮੌਲਾ ਦੇ ਫਰਮਾਨ ਤੋਂ ਇਹਦੇ ਤੋਂ ਸਿੱਖਦੇ ਹਾਂ। ਸੂਰਤ ਅਲ ਮਾਇਦਾ ਤੇ ਆਇਤ ਨੰਬਰ 54 ਦੇ ਵਿੱਚ ਅੱਲਾਹ ਪਾਕ ਫਰਮਾਉਂਦਾ ਹੈ ਕਿ ਉਹ ਨਰਮ ਦਿਲ ਹੋਣਗੇ ਮੋਮਨਾਂ ਦੇ ਉੱਤੇ। ਤਰਜਮਾ ਉਹਨਾਂ ਮੁਸਲਮਾਨ ਨੂੰ ਕੀਤਾ ਹੈ ਲੇਕਿਨ ਅਰਬੀ ਅਲ ਮੋਮਿਨੀਨ ਹੈ ਕਿ ਮੋਮਨਾਂ ਵਾਸਤੇ ਨਰਮ ਦਿਲ ਹੋਣਗੇ ਤੇ ਸਖਤ ਤੇ ਤੇਜ਼ ਹੋਣਗੇ ਕੁਫਾਰ ਤੇ। ਸਖਤ ਤੇ ਤੇਜ਼ ਹੋਣਗੇ ਕੁਫਾਰ ਤੇ, ਅੱਲਾਹ ਦੀ ਰਾਹ 'ਚ ਜਹਾਦ ਕਰਨਗੇ ਤੇ ਕਿਸੇ ਮਲਾਮਤ ਕਰਨ ਵਾਲੇ ਦੀ ਮਲਾਮਤ ਦੀ ਪਰਵਾਹ ਵੀ ਨਹੀਂ ਕਰਨਗੇ। ਗੱਲ ਸਮਝ ਆ ਗਈ ਜੀ। ਹੁਣ ਅਲੀ ਵਾਲੇ ਹਨ ਮੋਮਨ, ਮੋਮਨ ਹੁੰਦੇ ਹੀ ਅਲੀ ਵਾਲੇ ਨੇ, ਤੇ ਮੋਮਨ ਦੀ ਜ਼ਿੱਦ ਹੈ ਕਾਫਰ ਮੁਨਕਰ। ਸਾਰੀ ਗੱਲ ਹੈ ਅੱਲਾਹ ਪਾਕ ਨੇ फरमाया कि मोमिनीन ते मोमिनीन ਦੀ ਜਿਹੜੀ ਜ਼ਿੱਦ ਹੈ ਉਹ ਕੁਫਾਰ ਨੇ, ਯਾਨੀ ਕਿ ਜਿਹੜੇ ਮੌਲਾ ਅਲੀ ਦੇ ਦੁਸ਼ਮਣ ਨੇ। ਤੇ ਹੁਣ ਜਿਹੜਾ ਉਹਨਾਂ ਦੀ ਮਦਦਗਾਰ ਹੋਵੇਗਾ ਨਾ, ਜਿਹੜਾ ਉਹਨਾਂ ਕੁਫਾਰ ਦੀ ਮਦਦ ਕਰੇਗਾ, ਉਹ ਵੀ ਕੁਫਾਰ ਹੋਵੇਗਾ ਜਾਂ ਕਾਫਰ ਹੋਏਗਾ। ਜਿਹੜਾ ਮੌਲਾ ਅਲੀ ਬਾਦਸ਼ਾਹ ਦੇ ਦੁਸ਼ਮਣਾਂ ਦੀ ਮਦਦ ਕਰੇਗਾ ਉਹ ਵੀ ਮੁਨਕਰਾਂ ਦੇ ਵਿੱਚੋਂ ਕੁਫਾਰ 'ਚ ਸ਼ਾਮਲ। ਗੱਲ ਸਮਝ ਆ ਗਈ ਜੇ। ਹੁਣ ਸਿੱਧੀ ਜੀ ਗੱਲ ਹੈ ਕਿ ਜਿਹੜੀ ਜਹਾਦ ਹੈ, ਜਹਾਦ ਜ਼ੁਬਾਨ ਨਾਲ ਜਹਾਦ ਹੈ, ਮਾਲ ਨਾਲ ਜਹਾਦ ਹੈ, ਆਪਣੇ ਨਫਸ ਨਾਲ ਜਹਾਦ ਹੈ, ਕਲਮ ਨਾਲ ਜਹਾਦ ਹੈ। ਚਲੋ ਮੈਂ ਦੂਸਰੀ ਗੱਲ ਤੇ ਨਹੀਂ ਜਾ ਰਿਹਾ, ਜਾਂ ਤੁਸੀਂ ਤਲਵਾਰ ਵਾਲੇ ਜਹਾਦ ਦੇ ਲਾ ਲਓ, ਦੂਸਰਾ ਕਲਮ ਤੇ ਜ਼ੁਬਾਨ ਵਾਲੇ ਜਹਾਦ ਦੇ ਲਾ ਲਓ, ਕਿ ਉਹ ਜਹਾਦ ਕਰਨਗੇ ਮੌਲਾ ਅਲੀ ਦੀ ਖਾਤਰ। ਸਬੀਲ ਕੌਣ ਹੈ? ਮੌਲਾ ਅਲੀ ਬਾਦਸ਼ਾਹ। ਸਬੀਲ ਤੋਂ ਮੁਰਾਦ ਮੌਲਾ ਅਲੀ ਨੇ। ਇਹ ਵੀ ਗੱਲ ਸਮਝ ਲੈਣਾ, ਲੇਕਿਨ ਮੇਰਾ ਖੈਰ ਟੌਪਿਕ ਨਹੀਂ ਸੀ, ਲੇਕਿਨ ਤੁਹਾਨੂੰ ਜਲਦੀ ਵਿੱਚ ਮੈਂ ਦੱਸ ਕੇ ਜਾ ਰਿਹਾ। ਗੱਲ ਮੇਰਾ ਸਿਰਫ ਇਨਸਾਨੀਅਤ ਦੇ ਉੱਤੇ ਹੈ ਕਿ ਉਹ ਕਿਸੇ ਮਲਾਮਤ ਕਰਨ ਵਾਲੇ ਦੀ ਪਰਵਾਹ ਵੀ ਨਹੀਂ ਕਰਨਗੇ। ਕੋਈ ਕਹਿਣਗੇ ਲੋ ਜੀ ਇਹ ਗੱਲਾਂ ਕਿਹੋ ਜਿਹੀਆਂ ਕਰਦੇ ਨੇ, ਇਹ ਲਿਖਦੇ ਕਿਹੋ ਜਿਹਾ ਨੇ। ਫਰਜ਼ ਕਰੋ ਮੈਂ ਅਗਰ ਜ਼ੁਬਾਨ ਨਾਲ ਜਹਾਦ ਕਰ ਰਿਹਾ ਤੇ ਮੈਂ ਕਲਮ ਨਾਲ ਜਹਾਦ ਕਰ ਰਿਹਾ, ਹੁਣ ਮੇਰੇ ਤੇ ਜਿਹੜੇ ਕੋਈ ਉਂਗਲ ਚੁੱਕ ਰਿਹਾ ਕਿ ਲੈ ਗੱਲਾਂ ਕਿਹੋ ਜਿਹੀਆਂ ਕਰਦਾ ਪਿਆ, ਹਾਲ ਤੇ ਮੇਰੀ ਗੱਲਾਂ ਅੱਗੇ ਆਣੀਆਂ ਨਾ ਵੀਡੀਓ ਦੇ ਵਿੱਚ, ਤੇ ਕੀ ਮਲਾਮਤ ਕਰ ਰਹੇ ਹੋ ਨਾ, ਤੇ ਸਾਨੂੰ ਤੇ ਨਹੀਂ ਪਰਵਾਹ ਇਹੋ ਜਿਹੀ ਚੀਜ਼ਾਂ ਦੀ, ਜਾਂ ਉਹਨਾਂ ਨੂੰ ਤੇ ਪਰਵਾਹ ਹੀ ਨਹੀਂ ਹੋਏਗੀ। ਚਲੋ ਮੈਂ ਤਾਂ ਗੁਨੇਗਾਰ ਹਾਂ ਨਾ। ਜਿਹੜੇ ਹੋਣਗੇ ਨਾ, ਜਿਹੜੇ ਕਿ ਮੁਸਲਮਾਨਾਂ ਮੋਮਨਾ ਤੇ ਨਰਮ ਦਿਲ ਹੋਣਗੇ, ਕਾਫਰਾਂ ਵਾਸਤੇ ਸਖਤ ਹੋਣਗੇ, ਉਹ ਕਿਸੇ ਦੀ ਪਰਵਾਹ ਹੀ ਨਹੀਂ ਕਰਨਗੇ। ਜੋ ਕਹਿੰਦਾ ਹੈ ਕਹੀ ਜਾਵੇ। ਉਹ ਜਹਾਦ ਕਰਨਗੇ ਤਲਵਾਰ ਨਾਲ ਵੀ, ਮਾਲ ਨਾਲ ਵੀ, ਜ਼ੁਬਾਨ ਦੇ ਨਾਲ ਵੀ ਕਰਨਗੇ, ਕਲਮ ਨਾਲ ਵੀ ਕਰਨਗੇ। ਠੀਕ ਹੈ। ਹੁਣ ਜਿਹੜੇ ਮੌਲਾ ਅਲੀ ਦੇ ਦੁਸ਼ਮਣ ਨੇ ਯਾਨੀ ਕਿ ਕਫਾਰ ਨੇ, ਤੁਹਾਡੇ ਦਿਲ ਵਿੱਚ ਉਹ ਨਰਮ ਗੋਸ਼ਾ ਹੋਣਾ ਕਿ ਜੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਉਹਨਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਹੈ, ਇਹਨਾਂ ਦਾ ਇਲਾਜ ਕਰਨਾ ਚਾਹੀਦਾ, ਉਹਨਾਂ ਦੇ ਰਹਿਮ ਆਉਣਾ ਚਾਹੀਦਾ ਹੈ, ਜਾਂ ਰਹਿਮ ਆਉਣਾ ਹੈ ਜਾਂ ਆਵੇ ਤੁਹਾਨੂੰ, ਤੇ ਇਹ ਇਨਸਾਨੀਅਤ ਨਹੀਂ ਹੈ। ਇਹ ਇਨਸਾਨੀਅਤ ਨਹੀਂ, ਬਲਕਿ ਮੁਹੰਮਦ ਵਾਲੇ ਮੁਹੰਮਦ ਸੱਲੱਲਾਹੁ अलैहि वसल्लम नमक हरामी है कि इन्होंने वास्ते ਤੁਹਾਡਾ ਜਿਹੜੇ ਕੁਫਾਰ ਨੇ, ਮੌਲਾ ਅਲੀ ਦੇ ਦੁਸ਼ਮਣ ਨੇ, ਆਲੇ ਰਸੂਲ ਸੱਲੱਲਾਹੁ अलैहि वसल्लम ਦੇ ਦੁਸ਼ਮਣ ਨੇ, ਇਹਨਾਂ ਵਾਸਤੇ ਨਰਮ ਗੋਸ਼ਾ ਹੋਣਾ, ਇਹਨਾਂ ਦੇ ਵਾਸਤੇ ਕੋਈ ਵੀ ਹਮਦਰਦੀ ਜਾਗਣਾ, ਇਹ ਇਨਸਾਨੀਅਤ ਨਹੀਂ ਹੈ। ਇਹ ਇਨਸਾਨੀਅਤ ਨਹੀਂ ਹੈ। ਇਹ ਜਿੰਨੀ ਤੁਸੀਂ ਇਹ ਦਿਲ ਸੋਚ ਰਹੇ ਹੋ ਨਾ, ਇਹ ਸਿਰਫ ਮੋਮਨਾ ਵਾਸਤੇ ਹੋਣਾ ਚਾਹੀਦਾ ਸੀ, ਮੋਮਨਾ ਵਾਸਤੇ। ਇਹਨਾਂ ਨਾਲ ਸਖਤੀ ਕਰਨਾ ਹੀ ਇਨਸਾਨੀਅਤ ਹੈ। ਅਗਰ ਤੁਸੀਂ ਇਹਨਾਂ ਨਾਲ ਨਰਮੀ ਕਰਦੇ ਹੋ ਕੁਫਾਰ ਨਾਲ, ਮੁਹੰਮਦ ਵਾਲੇ ਮੁਹੰਮਦ ਸੱਲੱਲਾਹੁ अलैहि वसल्लम ਦੇ ਦੁਸ਼ਮਣਾਂ ਨਾਲ, ਇਹ ਨਮਕ ਹਰਾਮੀ ਹੈ। ਇਹ ਕੁਰਾਨ ਪਾਕ ਦੀ ਅੱਲਾਹ ਦੇ ਫਰਮਾਨ ਦੀ ਵੀ ਹੁਕਮ ਅਦੂਲੀ ਹੈ। ਠੀਕ ਹੈ। ਤੁਸੀਂ ਜਿਹੜਾ ਕਹਿ ਰਹੇ ਹੋ ਕਿ ਇਨਸਾਨੀਅਤ, ਬਾਬਾ ਇਨਸਾਨੀਅਤ ਹੈ ਹੀ ਮੋਮਨਾਂ ਦੇ ਨਾਲ, ਬਾਕੀ ਤੇ ਨਮਕ ਹਰਾਮੀ ਅਗਰ ਦੂਸਰਿਆਂ ਤੋਂ ਇਨਸਾਨੀਅਤ ਜਿਹਨੂੰ ਕਹਿੰਦੇ। ਅੱਗੇ ਫਰਮਾਨ ਹੈ ਮਾਸੂਮ ਸੱਲੱਲਾਹੁ अलैहि वसल्लम ਦਾ ਕਿ ਅਲੀ ਦੇ ਦੁਸ਼ਮਣ ਨੂੰ ਕਦੀ ਦੋਸਤ ਨਾ ਰੱਖਣਾ, ਭਾਵੇਂ ਤੁਹਾਡਾ ਪਿਓ ਹੀ ਕਿਉਂ ਨਾ ਹੋਵੇ। ਕਦੀ ਦੋਸਤ ਨਾ ਰੱਖਣਾ, ਕਦੀ ਉਹਦਾ ਭਲਾ ਨਾ ਸੋਚਣਾ, ਕਦੀ ਉਹਦੇ ਨਾਲ ਹਮਦਰਦੀ ਨਾ ਕਰਨਾ, ਭਾਵੇਂ ਤੇਰਾ ਪਿਓ ਹੀ ਕਿਉਂ ਨਾ ਹੋਵੇ। ਤੇ ਅਲੀ ਦੇ ਦੋਸਤ ਨੂੰ ਕਦੀ ਦੁਸ਼ਮਣ ਨਾ ਰੱਖੀ, ਕਦੀ ਦੁਸ਼ਮਣੀ ਨਾ ਕਰੀ, ਭਾਵੇਂ ਤੇਰੇ ਪਿਓ ਦਾ ਕਾਤਲ ਹੀ ਕਿਉਂ ਨਾ ਹੋਵੇ। ਇਹ ਫਰਮਾਨ ਕੁਰਾਨ ਪਾਕ ਦੀ ਆਇਤ ਵੀ ਸੱਚੀ ਹੈ, ਫਰਮਾਨ ਵੀ ਸੱਚਾ ਹੈ। ਤੇ ਜੇ ਤੂੰ ਨਾ ਮੰਨੇ ਤੇ ਹੁਣ ਤੇਰਾ ਮੈਂ ਕੀ ਕਰਾਂ। ਬਾਕੀ ਐਸੇ ਦੀ ਪਰਵਾਹ ਵੀ ਕੋਈ ਨਹੀਂ, ਲੇਕਿਨ ਇੱਕ ਹੁੰਦਾ ਕਿ ਸ਼ਾਇਦ ਕਿ ਇਸ ਇਹਦੇ ਵਿੱਚ ਸ਼ਾਇਦ ਕੋਈ ਹਦਾਇਤ ਕੋਈ ਪਾ ਜਾਵੇ, ਸ਼ਾਇਦ ਕਿਸੇ ਨੂੰ ਕੋਈ ਸਮਝ ਆ ਜਾਵੇ, ਉਹਦੇ ਵਾਸਤੇ ਫਰਮਾਇਆ ਕਿ ਇਹਦਾ ਕੋਈ ਭਲਾ ਨਾ ਸੋਚੀ, ਭਾਵੇਂ ਤੇਰਾ ਪਿਓ ਦਾ ਪਿਓ ਹੀ ਹੋਵੇ ਨਾ, ਉਹਦਾ ਭਲਾ ਨਹੀਂ ਸੋਚਣਾ। ਤੇ ਅਗਰ ਅਲੀ ਦਾ ਮੁਹਿਬ ਹੈ ਨਾ, ਅਲੀ ਦਾ ਦੋਸਤ ਹੈ, ਤੇ ਭਾਵੇਂ ਤੇਰੇ ਪਿਓ ਦਾ ਕਾਤਲ ਹੀ, ਉਹਦਾ ਕਦੀ ਬੁਰਾ ਨਹੀਂ ਸੋਚਣਾ। ਕਿ ਐਸੀ ਗੱਲ ਸਮਝ ਨਹੀਂ ਆਈ। ਫਰਮਾਇਆ ਕਿ ਅਲੀ ਦੇ ਮੁਹਿਬ ਨੂੰ ਖਾਣਾ ਖਿਲਾਓਗੇ ਤੇ ਜਿਹੜੇ ਉਸ ਖਾਣੇ ਦੇ ਨਾਲ ਉਹਦਾ ਜਿਸਮ ਦਾ ਹਿੱਸਾ ਬਣੇਗਾ, ਤਾਕਤ ਬਣੇਗੀ, ਉਹਦੇ ਬਦਨ ਦਾ ਹਿੱਸਾ ਬਣੇਗਾ, ਫਿਰ ਉਹ ਮੋਮਨ ਜੋ ਵੀ ਨੇਕੀਆਂ ਕਰੇਗਾ, ਜੋ ਵੀ ਅਮਾਲ ਕਮਾਏਗਾ, ਉਹਦੇ ਵਿੱਚ ਤੁਹਾਡਾ ਵੀ ਹਿੱਸਾ ਆਏਗਾ, ਤੁਹਾਨੂੰ ਸਵਾਬ ਮਿਲਦਾ ਰਹੇਗਾ। ਤੇ ਇਸੇ ਤਰ੍ਹਾਂ ਹੀ ਅਲੀ ਦੇ ਦੁਸ਼ਮਣ ਨੂੰ ਤੁਸੀਂ ਖਾਣਾ ਖਿਲਾਓਗੇ, ਫਿਰ ਉਹਦੇ ਜਿਸਮ 'ਚ ਤਾਕਤ ਆਏਗੀ, ਉਹਦੇ ਖਾਣਾ ਜਿਸਮ ਦਾ ਹਿੱਸਾ ਬਣੇਗਾ। ਹੁਣ ਉਹ ਮੁਨਕਰ ਜਦੋਂ ਵੀ ਮੌਲਾ ਅਲੀ ਦੇ ਖਿਲਾਫ ਸਾਜ਼ਿਸ਼ਾਂ ਕਰੇਗਾ, ਮੁਹਿਬਾਂ ਦੇ ਖਿਲਾਫ ਸਾਜ਼ਿਸ਼ਾਂ ਕਰੇਗਾ, ਕੋਈ ਵੀ ਐਕਟੀਵਿਟੀ ਕਰੇਗਾ, ਤੇ ਉਸ ਦੇ ਉੱਤੇ ਜਿਹੜੀ ਲਾਨਤ ਪਏਗੀ ਨਾ, ਉਸ ਲਾਨਤ ਵਿੱਚ ਤੁਸੀਂ ਵੀ ਹਿੱਸੇਦਾਰ ਹੋਵੋਗੇ। ਗੱਲ ਸਮਝ ਆਈ ਜੇ। ਜਿਹਨੂੰ ਤੁਸੀਂ ਇਨਸਾਨੀਅਤ ਕਹਿ ਰਹੇ ਹੋ ਨਾ, ਤੁਸੀਂ ਸਿਰਫ ਵੇਖੋ ਮੇਰਾ ਇਨਸਾਨੀਅਤ ਦੇ ਖਿਲਾਫ ਨਹੀਂ, ਲੇਕਿਨ ਕੁਰਾਨ ਪਾਕ ਦੇ ਮੁਤਾबिक ਉਹ ਇਨਸਾਨੀਅਤ ਜਿਹਨੂੰ ਕਹਿੰਦੇ ਆ ਨਾ, ਉਹ ਮੋਮਨਾਂ ਦੇ ਉੱਤੇ ਵਰਤਣੀ ਹੈ। ਤੇ ਜਿਹੜੇ ਕੁਫਾਰ ਨੇ, ਮੌਲਾ ਅਲੀ ਬਾਦਸ਼ਾਹ ਦੇ ਮੁਨਕਰ ਨੇ, ਮੁਹੰਮਦ ਵਾਲੇ ਮੁਹੰਮਦ ਸੱਲੱਲਾਹੁ अलैहि वसल्लम ਦੇ ਮੁਨਕਰ ਨੇ, ਉਹਨਾਂ ਦੇ ਨਾਲ ਦੁਸ਼ਮਣ ਨੇ,
ਉਹਨਾਂ ਦੇ ਉੱਤੇ ਸਖਤੀ ਕਰਨਾ, ਉਹਨਾਂ ਦਾ ਬੁਰਾ ਚਾਹਣਾ, ਉਹਨਾਂ ਦੇ ਉੱਤੇ ਸਖਤੀ ਕਰਨਾ ਹੀ ਇਨਸਾਨੀਅਤ ਹੈ। ਤੇ ਵੈਸੇ ਇਨਸਾਨੀਅਤ ਦੀ ਬੜੀ ਤੁਹਾਨੂੰ ਜਾਗੀ ਇਨਸਾਨੀਅਤ। ਮੈਨੂੰ ਇੱਕ ਗੱਲ ਤੇ ਦੱਸੋ ਕਿ ਜਦੋਂ ਤੁਹਾਡਾ ਆਪਣਾ ਕੋਈ ਦੁਸ਼ਮਣ ਹੋਵੇ, ਉਹਨੇ ਤੁਹਾਡੇ ਮਾਂ ਪਿਓ ਕਤਲ ਕੀਤੇ ਹੋਣ, ਤੁਹਾਡੀਆਂ ਇੱਜ਼ਤਾਂ ਪਾਮਾਲ ਕੀਤੀਆਂ ਹੋਣ, ਕਿਆ ਉਹਨਾਂ ਵਾਸਤੇ ਵੀ ਤੁਹਾਡੇ ਹਮਦਰਦੀ ਦਾ ਗੋਸ਼ਾ ਕੋਈ ਜਾਗਦਾ? ਕਿਆ ਉਹਨਾਂ ਵਾਸਤੇ ਵੀ ਤੁਹਾਡਾ ਕੋਈ ਨਰਮ ਦਿਲ ਹੁੰਦਾ ਹੈ? ਨਹੀਂ ਨਾ, ਉੱਥੇ ਨਹੀਂ। ਲੇਕਿਨ ਜਿੱਥੇ ਗੱਲ ਆ ਜਾਏ ਮੁਹੰਮਦ ਵਾਲੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਦੁਸ਼ਮਣਾਂ ਦੀ, ਉੱਥੇ ਤੁਹਾਡਾ ਦਿਲ ਨਰਮ ਹੋ ਜਾਂਦਾ। ਉੱਥੇ ਤੁਸੀਂ ਇਨਸਾਨੀਅਤ ਬਈ ਦੇਖ, ਮੈਂ ਇਨਸਾਨੀਅਤ ਦੇ ਖਿਲਾਫ ਨਹੀਂ। ਜਦੋਂ ਤੁਹਾਨੂੰ ਫਰਮਾ ਦਿੱਤਾ ਗਿਆ ਕਿ ਮੋਮਿਨੀਨ ਦੇ ਉੱਤੇ ਨਰਮ ਦਿਲ ਰਹਿਣਾ ਹੈ, ਤੇ ਫਿਰ ਉੱਥੇ ਨਰਮ ਦਿਲ ਰਵੋ। ਤੇ ਜਿੱਥੇ ਸਖਤੀ ਦਾ ਹੁਕਮ ਦਿੱਤਾ ਹੈ ਉੱਥੇ ਸਖਤੀ ਕਰੋ। ਤੇ ਜਿੱਥੇ ਫਰਮਾ ਦਿੱਤਾ ਗਿਆ ਹੈ ਕਿ ਉਹਨਾਂ ਦੇ ਦੋਸਤ ਨੂੰ ਦੋਸਤ ਰੱਖੋ, ਉਹਨਾਂ ਦੇ ਦੁਸ਼ਮਣ ਨੂੰ ਦੁਸ਼ਮਣ ਰੱਖੋ, ਫਿਰ ਯਾਰ ਗੱਲ ਸਮਝ ਲਓ ਨਾ। ਲੇਕਿਨ ਬੰਦਾ ਮਾਰਿਆ ਪਤਾ ਕਿੱਥੋਂ ਜਾਂਦਾ? ਜਦੋਂ ਆਪਣੇ ਆਪ ਹੀ ਉਹ ਫਿਲਾਸਫਰ ਬਣ ਜਾਂਦਾ ਨਾ, ਬਗੈਰ ਕਿਸੇ ਰਹਿਬਰ ਤੋਂ, ਬਗੈਰ ਮੁਰਸ਼ਦ ਤੋਂ, ਬਗੈਰ ਇਮਾਮੇ ਜ਼ਮਾਨਾ ਸੱਲੱਲਾਹੁ ਅਲੈਹਿ ਵਸੱਲਮ ਦੀ ਮਾਰਫਤ ਤੋਂ, ਫਿਰ ਉਹ ਨਾ ਇਵੇਂ ਹੀ ਹੁੰਦਾ। ਤੇ ਫਿਰ ਯਾਰ ਤੁਹਾਡਾ ਕਸੂਰ ਵੀ ਕੀ ਹੈ? ਬਲਕਿ ਸ਼ਾਇਦ ਤੁਹਾਡਾ ਵੀ ਕਸੂਰ ਹੈ ਕਿ ਤੁਹਾਨੂੰ ਅੱਜ ਤੱਕ ਮਿਲੇ ਹੀ ਉਹ ਲੋਕ ਨੇ ਕਿ ਜਿਹੜੇ ਤਾਜਰ ਨੇ, ਜਿਨ੍ਹਾਂ ਮਜਲਿਸ ਪੜ੍ਹੀ ਹੈ ਜਾਂ ਜਿਹਨੂੰ ਵੀ ਖੁਤਬਾ ਬਿਆਨ ਕੀਤਾ ਹੈ, ਉਹਨਾਂ ਸਿਰਫ ਪੈਸੇ ਵਾਸਤੇ ਕੀਤਾ ਹੈ। ਉਹਨਾਂ ਨੇ ਹੱਕ ਕਦੀ ਬਿਆਨ ਕੀਤਾ ਹੀ ਨਹੀਂ। ਉਹੋ ਹੀ ਚੀਜ਼ਾਂ ਬਿਆਨ ਕੀਤੀਆਂ ਕਿ ਜੋ ਸ਼ੁਰੂ ਤੋਂ ਰੱਟਾ ਲਾਇਆ ਉਹੀ ਤੁਹਾਨੂੰ ਸਿਖਾਈ ਜਾ ਰਹੇ ਨੇ। ਤੇ ਫਿਰ ਤੁਹਾਡੇ ਤੇ ਵੀ ਅਸਰ ਉਸ ਗੱਲ ਦਾ ਕੀ ਹੋਵੇ? ਤੁਹਾਨੂੰ ਅਗਰ ਕੋਈ ਨਹੀਂ ਮਿਲਿਆ ਤੇ ਇਹਦੇ ਵਿੱਚ ਇਹਦਾ ਮਤਲਬ ਇਹ ਤਾਂ ਨਹੀਂ ਕਿ ਕੋਈ ਨਹੀਂ ਹੈ ਦੁਨੀਆ ਤੇ ਉੱਤੇ ਜਿਹੜਾ ਅਸਲ ਗੱਲ ਕਰ ਸਕੇ, ਜਾਂ ਜਿਹੜਾ ਹੱਕ ਸਮਝਾ ਸਕੇ, ਜਾਂ ਜਿਹੜਾ ਕੋਈ ਹੱਕ ਦੱਸ ਸਕੇ, ਤੇ ਉਹ ਵੀ ਬੇਲੋਸ। ਜਾਂ ਕਹਿ ਸਕਦਾ ਕਿ ਤੁਹਾਨੂੰ ਤਲਬ ਨਹੀਂ ਸੀ। ਤੁਹਾਨੂੰ ਅਗਰ ਤਲਬ ਹੁੰਦੀ, ਹਾਂ ਤਲਬ ਵੀ ਹੁੰਦੀ, ਪਹਿਲੇ ਜ਼ਰੂਰਤ ਨਾ, ਤੁਹਾਨੂੰ ਜ਼ਰੂਰਤ ਨਹੀਂ ਸੀ ਸ਼ਾਇਦ ਹਿਦਾਇਤ ਦੀ, ਤੁਹਾਨੂੰ ਜ਼ਰੂਰਤ ਨਹੀਂ ਸੀ, ਇਸ ਲਈ ਫਿਰ ਤੁਹਾਨੂੰ ਕਦੀ ਤਲਬ ਵੀ ਪੈਦਾ ਨਹੀਂ ਹੋਈ। ਤੁਸੀਂ ਜ਼ਰੂਰਤ ਤੇ ਪੈਦਾ ਕਰੋ, ਫਿਰ ਮਾਲਕ ਕਿਸੇ ਨਾ ਕਿਸੇ ਤਰੀਕੇ ਜ਼ਰੂਰ ਤੁਹਾਡੀ ਮਦਦ ਕਰੇਗਾ। ਉਹ ਤਾਂ ਫਰਮਾਂਦਾ ਮੇਰੇ ਵੱਲ ਇੱਕ ਕਦਮ ਆ, ਮੈਂ 10 ਕਦਮ ਆਉਣਾ। ਉਹ ਤਾਂ ਫਰਮਾਂਦਾ ਕਿ ਪਹਿਲੇ ਤੂੰ ਇੱਕ ਕਦਮ ਆਣਾ, ਫਿਰ ਉਹ 10 ਕਦਮ ਆਏਗਾ। ਠੀਕ। ਬਾਕੀ ਲੋਕ ਕਹਿੰਦੇ ਨੇ, ਤੇ ਬਾਕੀ ਗੱਲ ਹੈ ਵੀ ਹਕੀਕਤ, ਲੋਕਾਂ ਦੇ ਰੇਟ ਤੈਅ ਕੀਤੇ ਹੋਏ ਨੇ ਤਜਾਰਤਾਂ ਦੇ ਕਿ ਇੰਨੀ ਦੇਰ ਤੁਹਾਨੂੰ ਮਾਰਫਤ ਦਾਂਗੇ, ਉਹਦਾ ਇਹ ਰੇਟ ਹੈ, ਉਹਦਾ ਇਹ ਰੇਟ ਹੈ, ਉਹਦਾ ਇਹ ਰੇਟ ਹੈ। ਤੇ ਲੋਕ ਤੇ ਪੈਸਾ ਲੈ ਕੇ ਕਰ ਰਹੇ। ਜਿਹੜਾ ਪੈਸਾ ਲੈ ਕੇ ਕਰ ਰਹੇ ਉਹਨੂੰ ਕੀ ਲੱਗੇ ਦੀਨ ਨਾਲ, ਉਹਨੂੰ ਕੀ ਲੱਗੇ ਲੋਕਾਂ ਦੀ ਹਿਦਾਇਤ ਦੇ ਨਾਲ। ਮੈਂ ਆਪਣੀ ਗੱਲ ਕਰ ਰਿਹਾ, ਮੈਨੂੰ ਇੰਨਾ ਅਰਸਾ ਹੋ ਗਿਆ, ਮੇਰੀ ਵੀਡੀਓ ਸਾਰੇ ਸੁਣ ਰਹੇ, ਮੇਰੇ ਦੋਸਤ ਵੀ ਦੁਸ਼ਮਣ ਸਭ ਸੁਣ ਰਹੇ ਨੇ। ਕੋਈ ਬੰਦਾ ਮੇਰੇ ਬਾਰੇ ਕਵੇ ਕਿ ਨਵੀਦ ਨੇ ਅੱਜ ਤੱਕ ਕਿਸੇ ਕੋਲ ਕੋਈ ਪੈਸੇ ਮੰਗਵਾਏ ਹੋਣ ਕਿ ਜੀ ਮੈਂ ਤੁਹਾਨੂੰ ਮੌਲਾ ਦਾ ਦਰਸ ਦੇ ਰਿਹਾ ਜਾਂ ਮੇਰੀ ਹੈਲਪ ਕਰੋ, ਮੈਨੂੰ ਇੰਨੇ ਪੈਸੇ ਭੇਜੋ। ਹਾਂ, ਅਗਰ ਉਹ ਕਵੇ ਹਾਂ ਜੀ ਮੈਂ ਭੇਜੇ ਨੇ, ਤਾਂ ਫਿਰ ਉਹ ਇੱਕ ਪਿਓ ਦਾ ਪੁੱਤਰ ਬਣੇ, ਮੈਨੂੰ ਕੋਈ ਸਕਰੀਨਸ਼ਾਟ ਸੈਂਡ ਕਰੇ ਕਿ ਜੀ ਮੈਂ ਤੇਰੇ ਅਕਾਊਂਟ 'ਚ ਇੰਨੇ ਪੈਸੇ ਭੇਜੇ ਨੇ, ਜਾਂ ਤੈਨੂੰ ਇੰਨੀ ਤੇਰੀ ਇਹ ਫਲਾਮ ਮਦਦ ਕੀਤੀ ਮੈਂ। ਤੇ ਫਿਰ ਲੋਕੀ ਸਵਾਲ ਕਰਦੇ ਨੇ ਸਰਕਾਰ ਅਬਦੇ ਹੈਦਰ ਤੇ, ਕਿਉਂਕਿ ਜਿਹੜੇ ਸਾਡੇ ਵੀ ਮੁਹਤਰਮ ਨੇ ਤੇ ਬਹੁਤ ਹੀ ਮੁਹਤਰਮ ਨੇ ਉਹਨਾਂ ਬਾਰੇ, ਜਦੋਂ ਮੇਰਾ ਕੋਈ ਨਹੀਂ ਸਾਬਤ ਕਰ ਸਕਦਾ ਤਾਂ ਸਰਕਾਰ ਅਬਦੇ ਹੈਦਰ ਤੇ ਕਮਾਲ ਨੇ। ਉਹਨਾਂ ਦੇ ਉੱਤੇ ਕੋਈ ਕਵੇ ਕਿ ਨਹੀਂ ਜੀ, ਉਹਨਾਂ ਦੇ ਬਾਰੇ ਕੋਈ ਦੱਸ ਦੇਵੇ ਕਿ ਉਹਨਾਂ ਨੇ ਕਿਸੇ ਨੇ ਪੈਸੇ ਦਿੱਤੇ ਹੋਣ, ਜਾਂ ਉਹਨਾਂ ਕੋਲ ਕਿਸੇ ਨੇ ਉਹਨਾਂ ਨੇ ਕਿਸੇ ਕੋਲ ਪੈਸੇ ਮੰਗੇ ਹੋਣ ਕਿ ਜੀ ਮੈਂ ਤੁਹਾਡੀ ਕਰ ਰਿਹਾ, ਮੈਂ ਤੁਹਾਨੂੰ ਨੁਸਰਤ ਪੇਸ਼ ਕਰ ਰਿਹਾ ਵਾਂ, ਤੇ ਮੈਨੂੰ ਤੁਸੀਂ ਪੈਸੇ ਭੇਜੋ ਮੇਰੇ ਅਕਾਊਂਟ ਦੇ ਵਿੱਚ, ਮੈਨੂੰ ਇਹਦੇ ਇਵਜ਼ ਤੁਸੀਂ ਪੈਸੇ ਦੇਵੋ ਨਾ। ਬਸ ਇਹੋ ਗੱਲ ਹੈ ਕਿ ਤੁਸੀਂ ਆਏ ਤਾਜਰਾਂ ਦੇ ਹੱਥੇ ਚੜੇ ਹੋ। ਫਿਰ ਜਿਹੜੇ ਤਾਜਰ ਨੇ ਉਹਨਾਂ ਦੀ ਨਜ਼ਰ ਦੇ ਵਿੱਚ ਤਾਂ ਤੁਸੀਂ ਗਾਹਕ ਹੋ, ਤੇ ਫਿਰ ਗਾਹਕਾਂ ਦੇ ਨਾਲ ਫਿਰ ਜੋ ਚੀਰ ਪਾੜ ਹੁੰਦਾ ਫਿਰ ਉਹ ਤਾਂ ਉਹਨਾਂ ਕਰਨਾ ਹੀ ਕਰਨਾ ਹੈ। ਠੀਕ ਹੈ, ਤੁਸੀਂ ਉਹ ਘੋੜਾ ਹੈ, ਤੁਸੀਂ ਘਾਹ ਹੋ, ਉਹਨਾਂ ਫਿਰ ਤੁਹਾਡੇ ਨਾਲ ਦੋਸਤੀ ਕਿੱਥੋਂ ਕਰਨੀ, ਉਹ ਖਾਣਾ ਹੀ ਹੈ ਨਾ ਤੁਹਾਨੂੰ। ਬਾਕੀ ਗੱਲ ਕਰਨ ਦਾ ਸਾਰੀ ਮਕਸਦ ਹੈ, ਮੇਰੀ ਗੱਲ ਦਾ ਬੁਰਾ ਨਾ ਬਣਾਉਣਾ, ਇਹ ਸਿਰਫ ਤੁਹਾਡੇ ਮੈਂ ਫਾਇਦੇ ਵਾਸਤੇ ਹੀ ਗੱਲ ਕੀਤੀ ਹੈ ਕਿ ਇਨਸਾਨੀਅਤ ਕਿੱਥੇ ਹੁੰਦੀ ਹੈ, ਇਹਨੂੰ ਵਰਤਣਾ ਕਿੱਥੇ ਹੈ। ਠੀਕ ਹੈ, ਮੌਲਾ ਦੇ ਦੁਸ਼ਮਣਾਂ ਦੇ ਉੱਤੇ ਇਨਸਾਨੀਅਤ ਵਰਤੋਗੇ ਨਾ ਤੇ ਲਾਨਤ ਦੇ ਹੱਕਦਾਰ ਹੋਵੋਗੇ। ਅਗਰ ਮੌਲਾ ਦੇ ਮੁਹਿਬਾਂ ਦੇ ਉੱਤੇ ਤੁਸੀਂ ਸਖਤੀ ਕਰੋਗੇ ਨਾ ਤੇ ਫਿਰ ਵੀ ਤੁਸੀਂ ਲਾਨਤ ਦੇ ਹੱਕਦਾਰ ਬਣ ਜਾਓਗੇ। ਤੇ ਲਿਹਾਜ਼ਾ ਜੋ ਵੀ ਕਰਨਾ ਸੋਚ ਸਮਝ ਕੇ ਕਰੋ ਤੇ ਮਾਰਫਤ ਦੇ ਨਾਲ ਕਰੋ। ਤੇ ਫਰਮਾਨ ਨਹੀਂ ਹੈ ਕਿ ਜਿਹੜਾ ਬੰਦਾ ਵੀ ਆਪਣੇ ਵਕਤ ਦੇ ਇਮਾਮ ਨੂੰ ਪਹਿਚਾਣਨ ਤੋਂ ਬਗੈਰ ਮਰ ਗਿਆ, ਉਸੇ ਮਾਰਫਤ ਤੋਂ ਬਗੈਰ ਮਾਰਿਆ, ਕੁਫਰ ਤੇ ਜਹਾਲਤ ਤੇ ਮਰਿਆ। ਤੇ ਜਿਹੜਾ ਬੰਦਾ ਖੁਦ ਜਾਹਿਲ ਹੋਵੇ ਨਾ, ਜਾਂ ਤੇ ਬੰਦਾ ਕਹਿੰਦੇ ਮੈਨੂੰ ਮੌਲਾ ਦੀ ਮਾਰਫਤ ਹੋ ਗਈ ਹੈ ਤੇ ਸਮਝ ਆਉਂਦੀ ਹੈ, ਤੇ ਜਿਹਨੂੰ ਮੌਲਾ ਦੀ ਮਾਰਫਤ ਹਾਲੇ ਤੱਕ ਨਹੀਂ ਹੋ ਸਕੀ ਤਾਂ ਜਾਹਿਲ ਹੈ, ਉਹ ਜੋ ਵੀ ਸੋਚੇਗਾ ਜਹਾਲਤ ਹੀ ਸੋਚੇਗਾ। ਤੁਹਾਡੇ ਅੰਦਰ ਮੈਂ ਇਹ ਨਹੀਂ ਕਹਿੰਦਾ ਕਿ ਸਾਰੀਆਂ ਚੀਜ਼ਾਂ ਗਲਤ ਨੇ, ਸਹੀ ਵੀ ਹੋਣਗੀਆਂ, ਪਰ ਉਹਦੀ ਤਸਦੀਕ ਕਿਹਨੇ ਕਰਨੀ ਹੈ? ਮੌਲਾ ਇਮਾਮੇ ਜ਼ਮਾਨਾ ਨੇ। ਮੌਲਾ ਇਮਾਮੇ ਜ਼ਮਾਨ ਨੇ ਉਸਦੀ ਤਸਦੀਕ ਕਰਨੀ ਹੈ, ਜਾਂ ਕੋਈ ਉਹ ਤਸਦੀਕ ਕਰ ਸਕਦਾ ਜਿਹੜਾ ਮੌਲਾ ਇਮਾਮੇ ਜ਼ਮਾਨ ਸੱਲੱਲਾਹੁ ਅਲੈਹਿ ਵਸੱਲਮ ਕੋ ਇਲਮ ਲੈਂਦਾ ਹੋਵੇ ਤੇ ਤਸਦੀਕ ਕਰਵਾ ਸਕਦਾ ਹੋਵੇ। ਠੀਕ ਹੈ, ਬਾਕੀ ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਏਗੀ। ਨਾ ਸਮਝ ਆਈ ਤਾਂ ਬਈ ਮੈਂ ਤੁਹਾਡਾ ਭਰਾ ਵਾਂ, ਛੋਟਾ ਵੀਰ ਵੀ ਹਾਂ, ਮੈਨੂੰ ਕਮੈਂਟ ਵਿੱਚ ਕਰ ਦੇਣਾ, ਗੱਲ ਦੱਸ ਦੇਣਾ, ਮੈਂ ਜਿੱਥੋਂ ਤੱਕ ਮੁਮਕਿਨ ਹੋਇਆ ਤੁਹਾਡੀ ਉਹਦੇ 'ਚ ਹੈਲਪ ਕਰ ਸਕਦਾ ਹਾਂ, ਮਦਦ ਕਰ ਸਕਦਾ ਹਾਂ। ਠੀਕ ਹੈ, ਬਾਕੀ ਉਹ ਕਹਿੰਦੇ ਕਿ ਤੁਸੀਂ ਸਾਡੇ ਕਿਰਦਾਰ ਨੂੰ ਵੇਖੋਗੇ ਨਾ, ਕਿਰਦਾਰ ਨੂੰ, ਤਾਂ ਕਹਿੰਦੇ ਨੇ ਉਹਦੇ ਵਿੱਚ ਪੈਵੰਦ ਤੇ ਮਿਲ ਸਕਦੇ ਨੇ ਪਰ ਦਾਗ ਨਹੀਂ ਮਿਲਣਗੇ ਜੀ। ਜਿਹੜਾ ਕੋਈ ਇਲਜ਼ਾਮ ਲਾਉਣਾ ਵੱਡੀ ਗੱਲ ਨਹੀਂ ਹੁੰਦੀ, ਉਹ ਨਬੀਆਂ ਤੇ ਵੀ ਲੱਗ ਜਾਂਦੇ ਨੇ, ਪਰ ਉਹਨੂੰ ਸਾਬਤ ਕਰਨਾ ਵੀ ਤਾਂ ਕੋਈ ਕੰਮ ਹੁੰਦਾ ਨਾ। ਬਾਕੀ ਉਹ ਕਹਿੰਦੇ ਨੇ ਹੱਕ ਤੇ ਬਾਤਲ ਜਦੋਂ ਵੀ ਟਕਰਾਉਣਗੇ ਬਾਤਲ ਟੋਟੇ ਹੋ ਜਾਂਦਾ ਹੈ। ਤੇ ਬਾਕੀ ਅਗਰ ਕਿਸੇ ਨੂੰ ਮੇਰੀ ਵੀਡੀਓ ਤੋਂ ਇਖਤਲਾਫ ਹੋਵੇ ਨਾ ਤੇ ਉਹ ਕਰ ਸਕਦਾ ਹੈ, ਪਰ ਦਲੀਲ ਨਾਲ। ਬਾਕੀ
ਹੁੱਬ ਅਲੀ ਰਹਿਮਤੁल्लाह, बुग़्ज़ अली लानतुल्लाह बेशुमार।